and some imaginations। ਤਾਂ ਇਹ ਚੀਜ਼ਾਂ ਦੇ ਵਿੱਚ ਨਾ ਯੂਜ਼ ਕੀਤਾ ਜਾਂਦਾ ਹੁੰਦਾ ਮਾਡਲਸ ਦਾ। or to show politeness। Okay, models are used to express our feelings, emotions, critical situations, possibilities, and some imaginations, and to show some politeness। ਸੋ ਕਈ ਸਟੂਡੈਂਟਸ ਇਹਦੇ ਵਿੱਚ ਸਿੱਧੀ ਗੱਲ ਆ ਉਲਝੀ ਜਾਂਦੇ ਨੇ, ਕਹਿੰਦੇ ਕੈਨ ਪ੍ਰੈਜ਼ੈਂਟ ਦਾ ਹੁੰਦਾ ਹੈ, ਕੁਡ ਦਾ ਅਤੇ ਕੁਡ ਜੀ ਪਾਸਟ ਹੁੰਦਾ ਹੈ। ਅਰੇ ਇਹਦੇ ਬਹੁਤ ਸਾਰੇ ਯੂਜ਼ ਹੁੰਦੇ ਨੇ। ਸਿਰਫ ਕੈਨ ਨੂੰ ਕੁਡ ਚ ਬਣਾਉਣਾ ਪਾਸਟ ਦਾ ਇੱਕ ਰੂਲ ਹੁੰਦਾ ਹੈ, ਕੈਨ ਕੁਡ ਇਜ਼ ਆਲਸੋ ਯੂਜ਼ਡ ਇਨ ਦੀ ਪਾਸਟ। ਕੁਡ ਪਾਸਟ ਲਈ ਵੀ ਯੂਜ਼ ਹੁੰਦਾ ਹੈ ਐਂਡ ਪ੍ਰੈਜ਼ੈਂਟ ਲਈ ਵੀ, ਐਂਡ ਇਸ ਦਾ ਇਮੈਜੀਨੇਸ਼ਨ ਚ ਵੀ ਯੂਜ਼ ਕੀਤਾ ਜਾਂਦਾ ਹੈ। ਤਿੰਨ ਯੂਜ਼ ਹੁੰਦੇ ਨੇ ਜੀ ਇਹਦੇ। ਓਕੇ। ਚੌਥਾ ਰਿਕੁਐਸਟ ਵਗੈਰਾ ਚ ਯੂਜ਼ ਹੁੰਦੀਆਂ ਚੀਜ਼ਾਂ ਇਹ। ਇਹਨਾਂ ਆਪਾਂ ਡਿਟੇਲ ਚ ਸਟੱਡੀ ਕਰਾਂਗੇ। ਠੀਕ ਹੈ, ਹੁਣ ਤਾਂ ਕਿਸੇ ਨੇ ਇਹ ਨਹੀਂ ਕਹਿਣਾ ਹੈਗਾ ਕਿ ਆਹ ਕੁਡ ਤਾਂ ਜੀ ਪਾਸਟ ਯੂਜ਼ ਹੋ ਗਿਆ। ਕੁਡ ਦਾ ਯੂਜ਼ ਪ੍ਰੈਜ਼ੈਂਟ ਲਈ ਵੀ ਹੁੰਦਾ ਹੈ, ਇਮੈਜੀਨੇਸ਼ਨ ਲਈ ਵੀ ਹੁੰਦਾ ਹੈ, ਰਿਕੁਐਸਟ ਲਈ ਵੀ ਹੁੰਦਾ ਹੈ। ਤਿੰਨ ਯੂਜ਼ ਹੁੰਦੇ ਨੇ ਇਹਦੇ। ਤੇ ਜਿਵੇਂ ਪੋਸੀਬਿਲਿਟੀਜ਼ ਵਗੈਰਾ ਲਈ ਵੀ ਯੂਜ਼ ਹੁੰਦਾ ਹੈਗਾ। ਇਸ ਦੇ ਆਲ ਦੇ ਚ ਬਹੁਤ ਕੁਐਸਚਨ ਪੈਂਦੇ ਨੇ ਚੀਜ਼ਾਂ ਦੇ ਇਹਨਾਂ ਦੇ। ਮਾੜਾ ਖਿੱਚ ਕੇ ਲਾਇਓ ਕਲਾਸ, ਮੈਂ 40 ਕੁ ਮਿੰਟ ਦਾ ਸੈਸ਼ਨ ਕਰਨਾ। ਡਨ ਹੋ ਗਿਆ? ਨਿਕਲੇ ਸਾਰਿਆਂ ਨੇ? अरे लिख लिया या नहीं? नो हेलो? सर। नो? माड़े हाथ तेज चलाओ बस सारे। यार ये भाई को ओके जी, करिए क्या होना? ओके, सो लेट्स स्टार्ट विद दी our first can। can ਦੇ ਨਾਲ ਆਪਾਂ ਲਾਈਕ ਸਟੱਡੀ ਕਰਾਂਗੇ ਕੰਪੈਰੀਜ਼ਨ ਦੇ ਵਿੱਚ ਕੁੱਡ ਦੀ। ਓਕੇ, can ਦੇ ਨਾਲ ਆਪਾਂ ਸਟੱਡੀ ਕਰਾਂਗੇ ਕੁੱਡ ਦੀ, ਕਿਉਂਕਿ ਦੋਨੋਂ ਇਕੱਠੇ ਜਿਹੇ ਬਣ ਜਾਂਦੇ ਨੇ। ਓਕੇ, can is used to show our ability। can ਦੇ ਨਾਲ ਆਪਣੀ ਐਬਿਲਿਟੀ ਸ਼ੋ ਹੁੰਦੀ ਆ ਕਿ ਹਾਂ ਮੈਂ ਕਰ ਸਕਦਾ ਹਾਂ। ਇਹਦੀ ਕਿੱਦਾਂ ਟ੍ਰਾਂਸਲੇਸ਼ਨ ਹੋਏਗੀ? ਸਕਦਾ ਹਾਂ। ਕਿਆ? ਠੀਕ ਹੈ, ਇਹ ਚ ਉਲਝਣਾ ਨਹੀਂ ਹੈਗਾ, ਕਿਉਂਕਿ ਸਕਦਾ ਵਰਡ ਦਾ ਵੀ ਯੂਜ਼ ਦੋ ਤਰੀਕੇ ਨਾਲ ਹੁੰਦਾ, ਇੱਕ ਅਬਿਲਿਟੀ ਦੱਸਣ ਦੇ ਲਈ, ਇੱਕ ਪੋਸੀਬਿਲਿਟੀ ਦੱਸਣ ਦੇ ਲਈ। ਅਗਰ ਅਬਿਲਿਟੀ ਦੀ ਆਈ ਹੈ ਗੱਲ ਤਾਂ ਕੈਨ ਦਾ ਯੂਜ਼ ਹੋਣਾ, ਅਗਰ ਪੋਸੀਬਿਲਿਟੀ ਦੀ ਗੱਲ ਆਏਗੀ ਤਾਂ ਮੇ ਦਾ ਯੂਜ਼ ਹੋਏਗਾ। ਠੀਕ ਹੈ, ਧਿਆਨ ਨਾਲ ਸਮਝਣਾ ਇਸ ਨੂੰ। ਮੈਂ ਇਹ ਕੰਮ ਕਰ ਸਕਦਾ ਹਾਂ। I can do this work। ਓਕੇ, ਮੈਂ ਇਹ ਕੰਮ ਸ਼ਾਇਦ ਕਰ ਸਕਦਾ ਹਾਂ। ਤਾਂ ਇੱਥੇ ਸ਼ਾਇਦ ਵਰਡ ਆ ਗਿਆ, ਸੋ ਇਟਸ ਅ ਕਾਈਂਡ ਆਫ ਪੋਸੀਬਿਲਿਟੀ। ਤਾਂ ਇੱਥੇ ਇਸਨੇ ਮੇ ਚ ਚੇਂਜ ਹੋ ਜਾਣਾ, ਆਈ ਮੇ ਡੂ ਦਿਸ ਵਰਕ। ਆਲਰਾਈਟ, ਇਸ ਚੀਜ਼ ਚ ਉਲਝਣਾ ਨਹੀਂ ਹੈਗਾ ਕਿਸੇ ਨੇ। ਕੱਲਾ ਸਕਦਾ ਸਕਦਾ ਨਹੀਂ ਦੇਖਣਾ, ਸਕਦਾ ਦੇਖਣਾ ਵੀ ਕਿਸ ਸੈਂਸ ਚ ਦੇ ਰਿਹਾ, ਅਬਿਲਿਟੀ ਸ਼ੋ ਕਰ ਰਿਹਾ ਹੈ ਕਿ ਪੋਸੀਬਿਲਿਟੀ ਕ੍ਰੀਏਟ ਕਰ ਰਿਹਾ ਹੈ। ਇਜ਼ ਦੈਟ ਕਲੀਅਰ ਔਰ ਨਾਟ? हाँ जी सर। यस सर। ਸਾਰਿਆਂ ਨੂੰ ਕਲੀਅਰ ਹੋ ਗਿਆ? ਮੈਨੂੰ ਦੱਸ ਦਿਓ ਅਗਰ ਕਿਸੇ ਨੂੰ ਅਨਕਲੀਅਰ ਹੈ ਚੀਜ਼ ਹਲੇ ਵੀ। ਬਲਜੀਤ, ਨਵਦੀਪ, ਰਮਨ,
यस सर। ਸੰਦੀਪ ਨੇ ਹਲੇ यस ਕਲਾਸ सर। ਜੁਆਇਨ ਨਹੀਂ ਕਰੀ ਹੈਗੀ ਹਾਲੇ ਤੱਕ। सर संदीप बलजीत दीदी ने लगा रहे हैं। ਕਿਹਦੇ ਨਾਲ? ਅੱਛਾ ਬਲਦੀਪ ਬਲਜੀਤ ਨਾਲ ਕੀ ਹਾਲ ਹੈ? ਕਿਉਂਕਿ ਦੇਖੋ ਮੈਂ ਕਿਹਾ ਮੇਰੇ ਕੋਲ ਕਲਾਸ ਮੈਂ ਜ਼ਿਆਦਾ ਨਹੀਂ ਲਗਾਉਂਦਾ ਹੈਗਾ, ਮੇਰਾ ਬਿਜ਼ੀ ਜਿਹਾ ਹੁੰਦਾ ਕੰਮ। ਜਿਹੜੀ ਕਲਾਸ ਮਿਲਦੀ ਉਹਨੂੰ ਛੱਡਿਆ ਨਾ ਕਰੋ। ਓਕੇ, ਇਸ ਦੇ ਵਿੱਚ ਸੈਂਟੈਂਸ ਸਟਰਕਚਰ ਦੇਖਦੇ ਹਾਂ। ਸੈਂਟੈਂਸ ਸਟਰਕਚਰ ਦੇਖੋ ਜੀ, ਦੋ ਤਰੀਕੇ ਸਟਰਕਚਰਸ ਆਉਣਗੀਆਂ। ਇੱਕ ਆਏਗੀ ਐਕਟਿਵ ਦੀ, ਇੱਕ ਆਏਗੀ ਇਹਦੀ ਸਟਰਕਚਰ ਪੈਸਿਵ ਦੇ ਵਿੱਚ। ਐਕਟਿਵ ਚ ਕਿਆ ਯੂਜ਼ ਹੋਏਗਾ? ਸਬਜੈਕਟ ਪਲੱਸ ਕੈਨ ਪਲੱਸ verb ਦੀ ਫਰਸਟ ਫਾਰਮ ਪਲੱਸ ऑब्जेक्ट। ठीक है, जिमें ਹੈਗਾ आई कैन विन दिस मैच, ਵੀ ਮੈਂ ਇਹ ਮੈਚ ਜਿੱਤ ਸਕਦਾ ਹਾਂ। ਓਕੇ, ਮੇਰੀ ਅਬਿਲਿਟੀ ਸ਼ੋ ਹੋ ਰਹੀ ਹੈ ਇਸ ਦੇ ਵਿੱਚ। ਅਗਰ ਪੋਸਿਬਿਲਿਟੀ ਸ਼ੋ ਹੋਏਗੀ ਤਾਂ ਮੇ ਲੱਗ ਜਾਂਦਾ ਹੁੰਦਾ। ਕੱਲਾ ਸਕਦਾ ਸਕਦਾ ਵਰਡ ਹੀ ਨਹੀਂ ਦੇਖਣਾ, ਦੇਖਣਾ ਕਿ ਅਬਿਲਿਟੀ ਆ ਕਿ ਪੋਸਿਬਿਲਿਟੀ ਆ। ਸਮਝ ਗਏ ਨਾ? ਇਹ 'ਚ ਮੈਂ ਲਿਖ ਦਿੰਦਾ ਅਬਿਲਿਟੀ ਲਈ ਕੈਨ ਯੂਜ਼ ਕਰੋ, ਪੋਸਿਬਿਲਿਟੀ ਲਈ ਮੇ ਯੂਜ਼ ਕਰੋ। ਆਲਰਾਈਟ, ਤੇ ਹੁਣ ਇਹਦੀ ਪੈਸਿਵ ਚ ਸਟਰਕਚਰ ਰਹੇਗੀ ਸਬਜੈਕਟ ਪਲੱਸ ਮॉडल प्लस वर्ब ਦੀ ਥਰਡ ਫਾਰਮ। ਜਿਵੇਂ ਹੁੰਦਾ ਹੈ I can win this match, एक्टिव। ऐसे कहेगा this match can be won by me। ऑलराइट, ਤੇ ਇਸ ਦੇ ਵਿੱਚ ਮੈਂ ਬਲੰਡਰਸ ਦੀ ਕਰੂੰਗਾ ਗੱਲ ਅਗੇਨ। ਸਟੂਡੈਂਟ ਕੀ ਕਰਦੇ ਨੇ, ਕੈਨ ਤੋਂ ਬਾਅਦ ਲਾਉਂਦੇ ਆ ਵਰਬ ਦੀ ਸੈਕਿੰਡ ਫਾਰਮ। ਅੱਧੇ ਕਾਰੀਗਰ ਸਾਹਿਬ ਕੀ ਕਰਦੇ ਨੇ, ਕੈਨ ਤੋਂ ਬਾਅਦ ਲਾਉਂਦੇ ਆ ਵਰਬ ਦੀ ਥਰਡ ਫਾਰਮ। ਜਦ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕੈਨ ਤੋਂ ਬਾਅਦ ਵਰਬ ਦੀ ਆਂਦੀ ਹੁੰਦੀ ਹੈ ਫਸਟ ਫਾਰਮ, ਤੇ ਕੈਨ ਬੀ ਤੋਂ ਬਾਅਦ ਆਂਦੀ ਹੁੰਦੀ ਹੈ ਵਰਬ ਦੀ ਥਰਡ ਫਾਰਮ। ਹੋਰ ਇਹਦੇ ਵਿੱਚ ਕੋਈ ਵੀ ਰੂਲ ਨਹੀਂ ਹੈਗਾ, ਤਾਂ ਇਹ ਬਿਲਕੁਲ ਰੋਂਗ ਆ। ਇਹ ਵੀ ਰੋਂਗ ਆ ਤੇ ਇਟ ਇਜ਼ ਆਲਸੋ ਰੋਂਗ, ਤੇ ਇਹ ਚੀਜ਼ ਮੇਰੀ ਰਾਈਟ ਆ। ਰਮਨ ਸਮਝ ਆਇਆ ਕਿ ਨਹੀਂ? ਤੂੰ ਅੱਜ ਕੀ ਕੀਤਾ ਸੀਗਾ? ਆਹ ਬਲੰਡਰਸ ਮੈਨੂੰ ਨਹੀਂ ਚਾਹੀਦੇ। ਠੀਕ ਹੈ, ਫੋਰ ਐਗਜ਼ਾਮਪਲ ਉਹ ਕੀ ਕਰਦੇ ਨੇ, ਪਹਿਲਾਂ ਮੈਂ ਰੋਂਗ ਵਾਲਾ ਬਣਾਉਂਦਾ। ਉਹ ਕਹਿੰਦੇ ਆ ਆਈ ਕੈਨ ਵਨ ਦੀ ਮੈਚ, ਆਹ ਬਣਾਈ ਜਾਂਦੇ ਆ। ਦੱਸੋ ਇਹਦਾ ਮੈਂ ਕੀ ਕਰਨਾ? ਇਹ ਤਾਂ ਰੋਂਗ ਆ। ਤਾਂ ਹੁਣ ਇੱਥੇ ਮੇਰਾ ਰਾਈਟ ਵਾਲਾ ਕਿਹੜਾ ਹੋਏਗਾ ਇਹਦੇ ਵਿੱਚ? ਆਈ ਕੈਨ ਵਿਨ ਦੀ ਮੈਚ, ਸੋ ਲਾਈਕ ਦੈਟ। ਬਸ ਇੰਨਾ ਕੁ ਨੋਟ ਸਮਝ ਲਿਓ ਤਾਂ ਤੁਹਾਡਾ ਬੇੜਾ ਪਾਰ ਲੱਗ ਜੂਗਾ।
हाँ जी वॉइस नहीं आ रही। हाँ जी हाँ जी, मैं चुप हो गया ਸੀਗਾ। अच्छा, मैं किते वॉइस आनी बंद होगी। ओके। ਨਹੀਂ ਨਹੀਂ, ਉਹ ਬਈ ਦੱਸੋ ਕਲੀਅਰ ਹੋਇਆ ਨਹੀਂ ਕਨਸੈਪਟ? ਅਗਰ ਕਿਸੇ ਨੂੰ ਦਿੱਕਤ ਹੈ ਤਾਂ ਪੁੱਛ ਲਓ ਹੁਣੀ। हो गया जी क्लियर। हम्म, ਜੀ ਬਸ ਇਹਦੇ ਆਹੀ ਯੂਜ਼ ਕਰਨੇ ਆ, ਤਾਂ ਬੇਫਾਲਤੂ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਫਲਾਣੇ ਦਾ ਯੂਜ਼ ਹੁੰਦਾ, ਫਲਾਣੇ ਦਾ ਇੰਨੀ ਟਾਈਪਾਂ ਯੂਜ਼ ਹੁੰਦਾ, ਪ੍ਰੈਕਟੀਕਲ ਯੂਜ਼ ਨਹੀਂ ਨਾ ਹੁੰਦਾ। ਉਹ ਨੁਕਸਾਨ ਕਰਦਾ ਇਹਨਾਂ ਸਿੱਖਿਆ ਹੋਇਆ। ਬਸ ਇੰਨੀ ਕੁ ਚੀਜ਼ ਸਮਝੋ, ਇਹ 'ਚ ਤੁਹਾਡਾ ਸਾਰਾ ਕੁਝ ਹੋ ਜਾਣਾ ਕਲੀਅਰ। ਪ੍ਰੈਕਟੀਕਲ ਚੀਜ਼ ਹੈ ਸਾਰੀ ਇਹ। ਦੈਨ ਇਸ ਤੋਂ ਬਾਅਦ ਆਪਾਂ ਇਹਦੇ ਪੈਰਲਲ ਯੂਜ਼ ਸਿੱਖਾਂਗੇ ਕੁੱਡ ਦਾ। ਮੈਂ ਕੁਐਸਚਨ ਪੁੱਛਣੇ ਨੇ ਮੈਥ ਦੇ ਵਿੱਚ, ਆਏ ਨਾ ਜਾਣਿਓ ਵੀ ਇਹ ਸੁੱਕਾ ਛੱਡ ਦੂੰਗਾ। ਓਕੇ ਕੁੱਡ। ਤਾਂ ਕੁੜ ਦਾ ਦੇਖੋ, ਕੁੜ ਦੇ ਬਹੁਤ ਜ਼ਿਆਦਾ ਯੂਜ਼ ਹੁੰਦੇ ਆ, ਇਹਦਾ ਆਪਾਂ ਫਰਸਟ ਯੂਜ਼ ਕਰਨਾ ਹੈ। ਫਰਸਟ ਯੂਜ਼ ਹੈਗਾ ਇਹਦਾ ਪਾਸਟ ਆਫ ਕੈਨ। ਕੈਨ ਦੇ ਪਾਸਟ ਲਈ ਵਰਤਿਆ ਜਾਂਦਾ ਹੈ, ਜਿਵੇਂ ਹੁੰਦਾ ਹੈ, ਜਿਵੇਂ ਪ੍ਰੈਜ਼ੈਂਟ ਕੀ ਕਹਿੰਦਾ, ਆਈ ਕੈਨ ਡੂ ਦਿਸ, ਮੈਂ ਇਹ ਕਰ ਸਕਦਾ ਹਾਂ। ਮਤਲਬ ਆਈ ਕੁਡ ਡੂ ਦਿਸ, ਮੈਂ ਇਹ ਕਰ ਸਕਦਾ ਸੀ, ਕਰ ਸਕਦਾ ਹਾਂ, ਕਰ ਸਕਦਾ ਸੀ। ਮਤਲਬ ਮੇਰੀ ਪਾਸਟ ਦੀ ਸਟਰੈਂਥ ਦੱਸਣ ਦੇ ਲਈ। ਓਕੇ, ਆਈ ਕੁਡ ਡੂ ਦਿਸ। ਸੋ ਦਾ ਸੈਕਿੰਡ ਯੂਜ਼ ਹੁੰਦਾ ਪੋਸੀਬਿਲਿਟੀ ਦੱਸਣ ਦੇ ਲਈ। ਜਿਵੇਂ ਜਿਵੇਂ ਕਿਆ ਕਹਿ ਸਕਦੇ ਹੋ, ਦਿਸ ਦਿਸ ਟੋਏ ਕੁਡ ਬੀ ਅ ਬੋਮ, ਵੀ ਇਹ ਟੋਏ ਇੱਕ ਬੰਬ ਵੀ ਹੋ ਸਕਦਾ ਹੈ। ਦਿਸ ਟੋਏ ਕੁਡ ਬੀ ਅ ਬੋਮ। ਤਾਂ ਇਹ ਪਾਸਟ ਦੀ ਗੱਲ ਤਾਂ ਨਹੀਂ ਹੈਗੀ, ਦਿਸ ਇਜ਼ ਆਲਸੋ ਆਫ ਪ੍ਰੈਜ਼ੈਂਟ। ਆਲਰਾਈਟ। सर जी कुड भी लग्या हुआ तो ये प्रेजेंट विच शो करदे जी। ਯੈਸ, ਸੈਂਸ ਸਮਝਣੀ ਆ। ਪਾਸਟ ਅਬਿਲਿਟੀ ਹੈ ਕਿ ठीक है जी। ਪੋਸੀਬਿਲਿਟੀ ਹੈ? ठीक है जी। ਹਾਂਜੀ। ਓਕੇ। ਤੇ ਫਿਰ ਉਸ ਤੋਂ ਬਾਅਦ ਹੈਗਾ ਇਹ ਇਸ ਦਾ ਠੀਕ ਹੈ, ਇਸ ਦਾ ਨੈਕਸਟ ਯੂਜ਼ ਹੁੰਦਾ ਹੈ ਤੁਹਾਡਾ ਇਸ ਦੇ ਵਿੱਚ ਨੈਕਸਟ ਯੂਜ਼ ਹੁੰਦਾ ਕੁਡ ਹੈਵ ਪਲੱਸ ਵਰਬ ਦੀ ਥਰਡ ਫਾਰਮ ਦੀ ਫਾਰਮ ਦੇ ਵਿੱਚ। ਤਾਂ ਇਸ ਨੂੰ ਅਸੀਂ ਕਹਿੰਦੇ ਹੁੰਦੇ ਆ ਇਮੈਜੀਨੇਸ਼ਨਸ। ਓਕੇ, ਇਹ ਪੋਸੀਬਿਲਿਟੀ ਇਹ ਹੈਗੀ ਇਮੈਜੀਨੇਸ਼ਨਸ। ਜਿਵੇਂ ਹੈਗਾ ਯੂ ਕੁਡ ਹੈਵ ਡਨ ਇਟ, ਮਤਲਬ ਤੂੰ ਇਹ ਪੂਰਾ ਕਰ ਸਕਦਾ ਸੀ, ਬਟ ਤੂੰ ਕੀਤਾ ਕਿਉਂ ਨਹੀਂ? ਮਤਲਬ ਇਹਦਾ ਮਤਲਬ ਹੁੰਦਾ ਹੈ ਕਿ ਪਾਸਟ 'ਚ ਕੁਛ ਹੋ ਸਕਦਾ ਸੀ, ਹੋ ਸਕਦਾ ਸੀ, ਬਟ ਕਿਸੇ ਗਲਤੀ ਕਾਰਨ ਜਾਂ ਕੇਅਰਲੈਸਨੈਸ ਕਾਰਨ ਉਹ ਚੀਜ਼ ਨਹੀਂ ਹੋਈ। ਤਾਂ ਮੈਂ ਉਸ ਬੰਦੇ ਨੂੰ ਮੈਂ ਸਮਝਾ ਰਿਹਾ ਹਾਂ, ਯੂ ਕੁਡ ਹੈਵ ਡਨ ਇਟ, ਯਾਰ ਤੂੰ ਕਰ ਸਕਦਾ ਸੀ। ਠੀਕ ਹੈ ਨਾ? ਦੇਖੋ ਜਿਵੇਂ ਆਪਾਂ ਕਹਿੰਦਾ ਯਾਰ ਕੋਹਲੀ ਉਹ ਉਸ ਬਾਲ ਤੇ ਛੱਕਾ ਲਗਾ ਸਕਦਾ ਸੀਗਾ, ਉਹਨੇ ਲਗਾਇਆ ਨਹੀਂ ਹੈਗਾ, ਪਰ ਕੋਹਲੀ ਕੁਡ ਹੈਵ ਹਿਟ ਅ 6 ਔਨ ਲਾਸਟ ਬਾਲ। ਠੀਕ ਹੈ, ਜਿਵੇਂ ਮੈਂ ਕਹਣਾ ਯਾਰ ਤੂੰ ਡਾਕਟਰ ਕੋਲ ਦਵਾਈ ਵੀ ਤਾਂ ਲੈ ਸਕਦਾ ਸੀ, ਯੂ ਕੁਡ ਹੈਵ
You could have met a doctor for checkup. For checkup. ਸੋ ਇਹਦੇ ਆਹ ਵਾਲੇ ਯੂਜ਼ਸ ਨੂੰ ਧਿਆਨ ਨਾਲ ਕਰ ਲਓ। ਇਹ ਪਾਸਟ ਦੀ ਕਹਿਣ ਦਾ ਪਾਸਟ ਫਾਰਮ ਹੁੰਦਾ, ਸੈਕਿੰਡ ਪੋਸਿਬਿਲਿਟੀ ਯੂਜ਼ ਹੁੰਦਾ ਤੇ ਥਰਡ ਕੁਡ ਹੈਵ ਨਾ ਵਰਬ ਦੀ ਥਰਡ ਫਾਰਮ ਲੱਗਦੀ ਆ। ਇਹ ਆ ਇਮੇਜਿਨੇਸ਼ਨਸ ਨੂੰ ਦੱਸਣ ਦੇ ਲਈ। ਠੀਕ ਆ, ਜੋ ਪਾਸਟ 'ਚ ਕੁਝ ਹੋਇਆ ਉਹ ਉਸਨੂੰ ਅਵੋਇਡ ਕੀਤਾ ਜਾ ਸਕਦਾ ਸੀਗਾ। ਇੱਥੇ ਕਿਸੇ ਨੂੰ ਕੋਈ ਡਿਫਿਕਲਟੀ ਹੈ ਜਾਂ ਨਹੀਂ ਹੈ? ਪੁੱਛ ਲਓ ਹੁਣੀ। ਮੈਂ ਕੁਐਸਚਨਸ ਪਾਣੇ नो ਹੁਣ ਇਸ सर। ਤੋਂ ਬਾਅਦ। ਸਾਰਾ ਕਲੀਅਰ ਆ? हाँ जी सर। ਮੈਂ ਸਾਰੇ ਪਾਰਟਿਸਪੈਂਟ ਨੂੰ ਪੁੱਛ ਰਿਹਾ। 6 ਪਾਰਟਿਸਪੈਂਟ ਲੱਗੇ ਹੋਏ ਨੇ। ਦੱਸ ਦਿਓ ਅਗਰ ਕਿਸੇ ਨੂੰ ਕੋਈ ਦਿੱਕਤ ਹੈ ਹਲੇ ਵੀ। ਡਰਨਾ ਤਾਂ ਮੈਂ ਅੱਗੇ ਚੱਲਿਆ ਹੁਣ। ਬਲਜੀਤ, ਨਵਦੀਪ, ਰਮਨ, ਰਸ਼ਮੀਨ, ਕਿਸੇ ਨੂੰ ਅਗਰ ਕੋਈ ਦਿੱਕਤ ਹੈ ਤਾਂ ਦੱਸ ਦਿਓ। ਨੋ। ਅਸਲ 'ਚ ਨਾ ਇਹ ਉੱਪਰ ਉੱਪਰੋਂ ਕਹੀ ਜਾਂਦੇ ਨੇ। ਇਹਨਾਂ ਨੂੰ ਪੁੱਛੋ, ਇਹਨਾਂ ਨੂੰ ਜਦੋਂ ਐਗਜ਼ਾਮਪਲਸ ਸੋਲਵ ਕਰਨੀਆਂ ਸਹੀ ਆਉਣਗੀਆਂ ਫੇਰ ਗੱਲ ਬਣਦੀ ਆ। ਉਹਦੇ ਤਾਂ ਇਹਨਾਂ ਨੂੰ ਟੈਂਸ ਵੀ ਸੀ। ਮੈਂ ਉਹੀ ਲੱਗਿਆ ਮੈਂ ਐਕਸਰਸਾਈਜ਼ ਦੇ ਪਾਣ ਲੱਗਿਆ ਹੁਣ। ਮੈਂ ਐਕਸਰਸਾਈਜ਼ ਦੇ ਪਾਣ ਲੱਗਿਆ ਨਾ। ਓਕੇ। ਅੱਜ ਮੀਂਹ ਪੈ ਸਕਦਾ ਹੈ। ਮੈਂ ਕੁਕਿੰਗ ਕਰ ਸਕਦਾ ਹਾਂ। ਠੀਕ ਆ, ਅੱਗੇ ਹੈਗਾ ਇਹ। ਤੂੰ ਅੱਜ ਫਤਿਹਗੜ੍ਹ ਸਾਹਿਬ ਜਾ ਸਕਦਾ ਸੀ। ਇਸ ਪ੍ਰੋਬਲਮ ਨੂੰ ਬਹੁਤ ਸਾਰੇ ਵੇਜ਼ ਨਾਲ ਸੋਲਵ ਕੀਤਾ ਜਾ ਸਕਦਾ ਹੈ। ਮੈਂ ਅੱਛਾ ਗਾਉਂਦਾ। ਯਾਰ ਇੱਕ ਤਾਂ ਨਾ, ਮੈਂ ਅੱਛਾ ਗਾਉਂਦਾ ਸੀ ਬਚਪਨ ਚ, ਮਤਲਬ ਮੇਰੀ ਐਬਿਲਿਟੀ। ਓਕੇ ਪਲੀਜ਼ ਆ 5 ਸੈਂਟੈਂਸ ਆ ਪੂਰੇ 4 ਮਿੰਟ ਲਓ। 12:34 ਹੋ ਗਏ, 12:38 ਦੇ ਵਿੱਚ ਮੈਂ ਸੁਣਨੇ ਆ ਸਾਰਿਆਂ ਤੇ।
ट्रांसलेट करो इन्हां नूं। ਅੱਛਾ, ਸਾਰੇ ਮੈਨੂੰ ਇੱਕ ਗੱਲ ਦਾ ਜਵਾਬ ਦਵੋ ਵੀ ਇਹ ਸਾਰੇ ਟੈਂਸ ਕਿਹਦੇ ਚ ਯੂਜ਼ ਹੋਣੇ ਨੇ? ਟੈਂਸ ਕਿਹੜੇ ਨੇ ਇਹ? ਇਹ ਸਾਰੇ ਟੈਂਸਿਸ ਜਿਹੜੀ ਮੈਂ ਫਾਰਮਸ ਕਰਾਈਆਂ ਨੇ ਉਹੀ ਯੂਜ਼ ਹੋਣੀਆਂ ਸਾਰੀਆਂ, ਜਿਹੜੀ ਮੈਂ ਟਾਈਪਸ ਕਲੀਅਰ ਹਾਂਜੀ, ਕੀਤੀਆਂ ਨੇ। ਹੂੰ। ਮੈਂ ਉਹ ਨਹੀਂ ਪੁੱਛ ਰਹੀ, ਤੁਹਾਨੂੰ ਨਹੀਂ ਪੁੱਛ ਰਹੀ, ਮੈਂ ਬੱਚਿਆਂ ਨੂੰ ਪੁੱਛ ਰਹੀ ਹਾਂ। ਹਾਂਜੀ ਹਾਂਜੀ, ਕਰੋ 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 ਗੱਲ, ਮੈਂ ਆਇਆ ਇੱਕ ਮਿੰਟ ਪਾਣੀ ਪੀ ਕੇ, ਤੁਸੀਂ ਕਰੋ ਗੱਲ। ਅਬ ਮੈਨੂੰ ਇਹ ਦੱਸੋ ਵੀ ਜਿਹੜਾ ਇਹ ਟੈਂਸ ਆ ਇਹ ਕਿਸ ਫਾਰਮ ਦੇ ਵਿੱਚ ਹੈ? ਇੰਡੈਫੀਨੇਟ ਹੈ, ਪ੍ਰੈਜ਼ੈਂਟ ਆ, ਪਰਫੈਕਟ ਆ, ਕੰਟੀਨਿਊਸ ਆ, ਪਾਸਟ ਚ ਹੈ, ਫਿਊਚਰ ਚ ਹੈ? ਉਸ ਹਿਸਾਬ ਨਾਲ ਦੱਸੋ ਇਹ ਸਾਰੇ ਟੈਂਸਸ ਕਿਸ ਵੇ ਦੇ ਵਿੱਚ ਨੇ, ਮਤਲਬ ਇਹਨਾਂ ਦਾ ਸਮਾਂ ਕੀ ਹੈ? ਅਤਿੰਦਰ ਕੌਰ ਦੱਸਿਓ। ਮੈਮ ਇਹ ਪ੍ਰੈਜ਼ੈਂਟ ਵੀ ਹੈਗਾ, ਪਾਸਟ ਚ ਵੀ ਹੈਗੇ ਨਹੀਂ। ਓਕੇ, ਤੇ ਰਮਨ? ਰਮਨ ਰਮਨ ਮੈਨੂੰ ਇਹ ਦੱਸੋ ਇਹ ਟੈਂਸ ਦੀ ਕਿਹੜੀ ਟਾਈਪ ਹੈ? ਰਾਜੀ ਟੈਂਸ ਦੀ ਕਿਹੜੀ ਟਾਈਪ ਹੈ ਇਹ ਦੱਸੋ ਮੈਨੂੰ। ਮੈਮ ਕਿਹੜੇ ਸੈਂਟੈਂਸ ਦੱਸਣੇ ਆ? ਸਾਰਿਆਂ ਤੇ? ਪਹਿਲੇ ਦੋ ਚ ਦੱਸ ਦੋ। ਇਹਨਾਂ ਨੂੰ ਮਤਲਬ ਸਵਾਲ ਕਰਨਾ ਚਾਹੁੰਦੇ ਕਿ ਨਿਕਾਲਣਾ ਚਾਹੁੰਦੇ ਨੇ? ਉਹਨੂੰ ਚਾਲੂ ਮੈਮ ਦੂਜੀ ਵਾਲੀ ਤਾਂ ਮੈਨੂੰ ਇੰਡੈਫੀਨੇਟ ਲੱਗਦੀ ਆ। ਅੱਛਾ ਜੀ, ਪਹਿਲੀ ਫਿਊਚਰ ਦੀ। ਓਕੇ। ਜੈਸਮੀਨ? ਹਾਂਜੀ ਮੈਮ। ਟੈਲ ਮੀ ਸੈਕਿੰਡ ਸੈਂਟੈਂਸ ਹੈ ਜਿਹੜਾ ਉਹ ਕਿਹੜਾ ਟੈਂਸ ਆ? ਪ੍ਰੈਜ਼ੈਂਟ ਇੰਡੈਫੀਨਿਟ ਲੱਗ ਰਿਹਾ ਜਾਂ ਫਿਰ ਫਿਊਚਰ ਇੰਡੈਫੀਨਿਟ। ਇੱਕ ਤਾਂ ਨਾ ਤੁਸੀਂ ਸਾਰੇ ਜਣੇ ਮੇਰੀ ਇਹ ਗੱਲ ਪੱਲੇ ਬੰਨ ਲਓ ਵੀ ਜਿਹੜੀ ਚੀਜ਼ ਦੇ ਵਿੱਚ ਇੱਕ ਪ੍ਰਿਡਿਕਸ਼ਨ ਹੋਵੇ ਉਹ ਹਮੇਸ਼ਾ ਇੰਡੈਫੀਨਿਟ ਟੈਂਸ ਹੁੰਦਾ ਹੈ। ਪ੍ਰਿਡਿਕਸ਼ਨ ਵਾਲੇ ਟੈਂਸਸ, ਕਿਉਂਕਿ ਜੇ ਉਹ ਪ੍ਰਿਡਿਕਸ਼ਨ ਚ ਨੇ ਤਾਂ ਹੀ ਤਾਂ ਉਹ ਇੰਡੈਫੀਨਿਟ ਨੇ। ਜੇ ਉਹ ਇੰਡੈਫੀਨਿਟ ਨਾ ਹੁੰਦੇ, ਜੇ ਇਹ ਸੈਂਟੈਂਸਸ ਕੰਪਲੀਟ ਹੀ ਹੁੰਦੇ, ਫਿਰ ਤਾਂ ਇਹ ਪਰਫੈਕਟ ਚ ਚਲੇ ਜਾਣੇ ਸੀਗੇ। ਠੀਕ ਹੈ ਨਾ? ਹੁਣ ਪਰਫੈਕਟ ਦੇ ਵਿੱਚ ਇਹ ਕਿਉਂ ਨਹੀਂ ਜਾ ਸਕਦੇ? ਕਿਉਂਕਿ ਇਹ ਟੈਂਸਸ ਆਪ ਹੀ ਕੰਪਲੀਟ ਨਹੀਂ ਹੈ। ਇਹਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਇੱਕ ਪ੍ਰਿਡਿਕਸ਼ਨ ਮੰਨ ਰਹੇ ਹਾਂ, ਇਮੈਜੀਨੇਸ਼ਨ ਕਰ ਰਹੇ ਹਾਂ ਵੀ ਆਹ ਚੀਜ਼ ਹੋ ਸਕਦੀ ਆ ਇਦਾਂ ਹੋ ਸਕਦਾ, ਇਦਾਂ ਹੋ ਸਕਦਾ। ਉਹ ਗੱਲ ਅੱਡ ਹੈ ਵੀ ਇਹ ਚੀਜ਼ ਅਸੀਂ ਕਰ ਸਾਰੀਆਂ ਫਿਊਚਰ ਚ ਰਹੇ ਹਾਂ। ਜ਼ਿਆਦਾਤਰ ਜਿਹੜੇ ਤੁਹਾਨੂੰ ਸਰ ਨੇ ਕੈਨ ਕੁਡ ਵਾਲੇ ਮੋਡਾਲਸ ਸਿਖਾਏ ਨੇ, ਮੇ ਵਾਲੇ, ਉਹ ਜ਼ਿਆਦਾਤਰ ਫਿਊਚਰ ਦੇ ਨੇ ਜ਼ਿਆਦਾਤਰ, ਕਿਉਂਕਿ ਪ੍ਰਿਡਿਕਸ਼ਨ ਹੁੰਦੀ ਹੀ ਫਿਊਚਰ ਦੇ ਲਈ ਹੈ। 10th ਕਲਾਸ ਦੇ ਵਿੱਚ ਤੁਸੀਂ ਪ੍ਰੋਬੇਬਿਲਿਟੀ ਚੈਪਟਰ ਕੀਤਾ ਹੋਏਗਾ। ਪ੍ਰੋਬੇਬਿਲਿਟੀ ਚੈਪਟਰ ਦੇ ਵਿੱਚ ਤੁਹਾਨੂੰ ਇਹ ਪੁੱਛਿਆ ਜਾਂਦਾ ਸੀ ਵੀ ਡਾਈਸ ਹੈ ਜਿਹੜੀ ਉਹ ਸੁੱਟਤੀ, ਦੱਸੋ ਵੀ ਡਾਈਸ ਹੈ ਜਿਹੜੀ ਕਿਵੇਂ ਇਹਦੀ ਪ੍ਰਿਡਿਕਸ਼ਨ ਕੀ ਹੋਏਗੀ ਡਾਈਸ ਦੀ। ਇਹ ਡਾਈਸ 2 ਦੇਗੀ, ਇਹ ਡਾਈਸ 4 ਦੇਗੀ, ਜਾਂ ਇਹ ਡਾਈਸ ਤੁਹਾਨੂੰ 6 ਦੇਗੀ। that is about the future prediction। ਜੋ ਚੀਜ਼ ਫਿਊਚਰ ਪ੍ਰਿਡਿਕਸ਼ਨ ਚ ਹੈ ਉੱਥੇ ਹੀ ਤਾਂ ਤੁਸੀਂ ਮੋਡਲਸ ਯੂਜ਼ ਕਰ ਰਹੇ ਹੋ। ਜੇ ਉਹ ਪ੍ਰਿਡਿਕਸ਼ਨ ਹੁੰਦੀ ਹੋ ਨਾ, ਫਿਰ ਤੁਹਾਨੂੰ ਮੋਡਲ ਜਾਂ ਮਾਡਲ ਯੂਜ਼ ਕਰਨ ਦੀ ਜ਼ਰੂਰਤ ਹੀ ਕੀ ਪੈਣੀ ਸੀ? ਫਿਰ ਤਾਂ ਤੁਸੀਂ ਪਰਫੈਕਟ ਦੇ ਰੂਲ ਲਾਓ ਜਾਂ ਤੁਸੀਂ ਕੰਟੀਨਿਊਸ ਦੇ ਪ੍ਰੋਪਰ ਰੂਲ ਲਾਓ, ਜਿਹੜੇ ਤੁਹਾਡੀ ਅਗਰ ਕੋਈ ਕੰਮ ਲਗਾਤਾਰਤਾ ਚ ਹੋ ਰਿਹਾ ਹੈ। ਸਮਝ ਰਹੇ ਹੋ ਨਾ ਮੇਰੀ ਗੱਲ?
ਮੇਰੇ ਕਹਿਣ ਦਾ ਮਤਲਬ ਸਮਝ ਆਇਆ? ਰਿਪਲਾਈ ਮੀ। ਆਲ ਆਫ ਦਾ ਸਟੂਡੈਂਟਸ ਮਾਈਕ ਔਨ ਕਰਕੇ ਮੈਨੂੰ ਇੱਕ ਵਾਰ ਦੱਸੋ ਵੀ ਮੈਂ ਜੋ ਕਹਿਣਾ ਚਾਹ ਰਹੀ ਹਾਂ ਉਹ ਸਮਝ ਆਇਆ? नो मैम। ਨਹੀਂ ਆਇਆ ਨਾ ਸਮਝ? नहीं जी। नहीं। ਓਕੇ, ਮੇਰੀ ਗੱਲ ਸੁਣੋ। ਹੁਣ ਸੈਂਟੈਂਸ ਹੈ ਵੀ ਅੱਜ ਮੀਂਹ ਪੈ ਸਕਦਾ ਹੈ। ਹੁਣ ਜਿਹੜਾ ਮੀਂਹ ਆ ਸ਼ਾਇਦ ਪੈ ਜਾਵੇ। ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਵੀ ਮੀਂਹ ਹਲੇ ਪਿਆ ਨਹੀਂਗਾ, ਮੀਂਹ ਨੇ ਹਲੇ ਪੈਣਾ ਏ, ਉਹਦੇ ਬਾਰੇ ਵੀ ਅਸੀਂ ਸੋਚ ਰਹੇ ਹਾਂ। ਤਾਂ ਤੁਸੀਂ ਮੈਨੂੰ ਇਹ ਦੱਸੋ ਵੀ ਕੀ ਹੋਇਆ ਇਹਦੇ ਵਿੱਚ? ਇਹ ਚੀਜ਼ ਫਿਊਚਰ 'ਚ ਗਈ ਕਿ ਪ੍ਰੈਜ਼ੈਂਟ 'ਚ ਗਈ? ਕਿਹਦੇ ਵਿੱਚ ਗਈ? सर चर्चा गई जी। ਫਿਊਚਰ 'ਚ ਗਈ ਨਾ। ਹੁਣ ਅਗਰ हाँ ਇਹ जी। ਚੀਜ਼ ਫਿਊਚਰ ਦੇ ਵਿੱਚ ਜਾ ਰਹੀ ਹੈ ਤਾਂ ਇਹ ਇੱਕ ਕੀ ਹੋਗੀ? ਪ੍ਰਿਡਿਕਸ਼ਨ ਹੋਗੀ। ਕੀ ਹੋਗੀ? ਪ੍ਰੋਬੇਬਿਲਿਟੀ ਹੋਗੀ ਵੀ ਸ਼ਾਇਦ ਅੱਜ ਆ ਚੀਜ਼ ਹੋਊਗੀ, ਹੈ ਨਾ। ਮੈਂ हाँ जी ਤੁਹਾਨੂੰ मैम। ਇਹ ਸਮਝਾਉਣਾ ਚਾਹੁੰਦੀ ਆ ਵੀ ਮਾਡਲਸ ਦੀ ਯੂ ਕਰਕੇ ਪਈ ਆ ਕਿਉਂਕਿ ਟੈਂਸ ਇੱਕ ਪ੍ਰਿਡਿਕਸ਼ਨ ਦੇ ਵਿੱਚ ਹੈ। ਜੇ ਇਹੀ ਟੈਂਸ ਪਰਫੈਕਟ ਟੈਂਸ ਹੁੰਦਾ ਵੀ ਆਪਾਂ ਕਹਿੰਦੇ ਮੀਂਹ ਪੈ ਚੁੱਕਿਆ ਹੈ ਜਾਂ ਮੀਂਹ ਪੈ ਚੁੱਕਿਆ ਹੋਊਗਾ, ਫਿਰ ਤਾਂ ਅਸੀਂ ਪਰਫੈਕਟ ਟੈਂਸ ਵਰਤਣਾ ਸੀਗਾ। ਫਿਰ ਅਸੀਂ ਕਹਿਣਾ ਸੀ ਵੀ ਕੰਮ ਕੰਪਲੀਟ ਹੋ ਗਿਆ, ਪ੍ਰੋਪਰ ਕੰਮ ਹੋ ਗਿਆ, ਮੀਨਸ ਸਾਡੀ ਚੀਜ਼ ਪਰਫੈਕਸ਼ਨ 'ਚ ਆ ਗਈ। ਹੁਣ ਅਸੀਂ ਸਮੇਂ ਲਈ ਉਹ ਪੱਕੇ ਕਨਫਰਮ ਨਹੀਂ ਹੈਗੇ ਵੀ ਸ਼ਾਇਦ ਹੋਊਗੀ ਇਹ ਚੀਜ਼। ਜੇ ਸ਼ਾਇਦ ਹੋਊਗੀ ਤਾਂ ਟੈਂਸ ਕਿਹੜਾ ਬਣ ਗਿਆ? ਇਨਡੈਫੀਨਿਟ ਬਣ ਗਿਆ ਕਿ ਪਰਫੈਕਟ ਬਣ ਗਿਆ? ਦੱਸੋ ਕਿਹੜਾ ਟੈਂਸ? ਕਿਹੜਾ ਟੈਂਸ ਬਣ ਗਿਆ ਦੱਸੋ? ਰਮਨ ਕਿਹੜਾ? ਦੱਸੋ ਕਿਹੜਾ ਟੈਂਸ ਬਣ ਗਿਆ? ਮੈਮ ਅਸੀਂ ਉਹ ਸੈਂਟੈਂਸ ਬਣਾਉਂਦੇ ਸਾਨੂੰ ਪਤਾ ਨਹੀਂ ਲੱਗਿਆ, ਤੁਸੀਂ ਕਿਹੜਾ ਪੁੱਛਦੇ ਹੋ? ਰਾਜੇ ਥਿਊਰੀ 'ਚ ਨਾ ਜਾਓ, ਮਤਲਬ ਚੀਜ਼ ਨੂੰ ਸਮਝਣ ਚਾਹੋ। ਤੁਸੀਂ ਬਸ ਸੋਲਵ ਕਰਦੇ ਹੋ ਉੱਤੋਂ ਉੱਤੋਂ। ਇਹ ਚੀਜ਼ਾਂ ਤੁਹਾਨੂੰ ਜ਼ਿੰਦਗੀ ਥੋੜੀ ਸਿਖਾਉਣਗੀਆਂ। ਤੁਹਾਨੂੰ ਇਹੀ ਨਹੀਂ ਪਤਾ ਤੁਹਾਡੇ ਸਾਹਮਣੇ ਸੈਂਟੈਂਸ ਕਿਹੜੇ ਕੰਮ ਕਾਲ ਦੇ ਵਿੱਚ ਗੱਲ ਕਰ ਰਿਹਾ ਹੈ। ਤੁਹਾਨੂੰ ਟੈਂਸ ਸਿੱਖੇ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਤੁਹਾਨੂੰ ਟੈਂਸ ਸਮਝਣਾ ਹੀ ਨਹੀਂ ਆਉਂਦਾ ਵੀ ਗੱਲ ਹੋ ਕਿਹੜੇ ਟਾਈਮ 'ਚ ਰਹੀ ਹੈ। ਇਫ ਯੂ ਡੋਂਟ ਨੋ ਅਬਾਊਟ ਦਾ ਟਾਈਮ ਜ਼ੋਨ ਤਾਂ ਤੁਹਾਡੀ ਗ੍ਰਾਮਰ ਦੇ ਵਿੱਚੋਂ ਚਾਹੇ 10 ਚੋਂ 10 ਨੰਬਰ ਹੋਣ, ਮੈਂ ਉਹਨੂੰ 0 ਮੰਨਦੀ ਹਾਂ ਕਿਉਂਕਿ ਤੁਹਾਨੂੰ ਇਹੀ ਨਹੀਂ ਪਤਾ ਤੁਹਾਡੀ ਗੱਲ ਸਾਹਮਣੇ ਵਾਲੀ ਕਿਹੜੇ ਉਹਦੇ 'ਚ ਹੋ ਰਹੀ ਹੈ। ਮੈਂ ਤੁਹਾਨੂੰ ਇਹ ਪੁੱਛਿਆ ਏ ਵੀ ਪ੍ਰੈਡਿਕਸ਼ਨ ਦੇ ਲਈ ਟੈਂਸ ਯੂਜ਼ ਫਿਊਚਰ ਦਾ ਕੀਤਾ ਏ ਤਾਂ ਫਿਊਚਰ ਦਾ ਟੈਂਸ ਹੈ, ਠੀਕ ਹੈ। ਫਿਊਚਰ ਕਲੀਅਰ ਹੋ ਗਿਆ, ਸੀ ਹੈ ਤਾਂ ਪਾਸਟ ਕਲੀਅਰ ਹੋ ਗਿਆ। ਬਟ ਵਾਈ ਇਟ ਇਜ਼ ਯੂਜ਼ਡ? ਮਾਡਲ ਯੂਜ਼ ਕਰਨ ਦੀ ਜ਼ਰੂਰਤ ਹੀ ਕਿਉਂ ਪਈ? ਜਦੋਂ ਟੈਂਸ ਹੈਗੇ ਨੇ ਆਲਰੇਡੀ ਰੂਲਸ ਵਾਲੇ ਤਾਂ ਮਾਡਲਸ ਯੂਜ਼ ਕਰਨ ਦੀ ਜ਼ਰੂਰਤ ਕਿਉਂ ਪਈ? ਮੈਂ ਇਹ ਗੱਲ ਤੁਹਾਨੂੰ ਸਮਝਾ ਰਹੀ ਹਾਂ। ਤੁਹਾਡੇ ਚੋਂ ਇੱਕ ਵੀ ਬੱਚਾ ਇਹ ਗੱਲ ਚੰਗੀ ਤਰ੍ਹਾਂ ਨਹੀਂ ਸਮਝ ਪਾ ਰਿਹਾ। ਨਾ ਉਹਦੇ ਵਿੱਚ ਤਾਂ ਪੋਸਿਬਿਲਿਟੀ ਤੇ ਐਬਿਲਿਟੀ ਨਹੀਂ ਸ਼ੋ ਹੋ ਰਹੀ, ਅੱਛਾ ਤਾਂ ਕਰਕੇ ਮਾਡਲ ਬਣਾਏ ਆ। ਅੱਛਾ, ਫਿਰ ਇੰਡੈਕਸ ਕੀਤਾ। ਮੈਮ ਵੀ ਆਪਾਂ ਇਹ ਕਰ ਸਕਦੇ ਆ, ਨਹੀਂ ਕਰ ਸਕਦੇ ਤਾਂ ਵੀ ਬਣਾਏ ਆ ਹੂੰ ਵੀ ਸ਼ਾਇਦ ਇਹ ਅੱਛਾ ਹੋਵੇ ਜਾਂ ਨਾ ਹੋਵੇ, ਵੀ ਨਹੀਂ ਬਣਾਏ ਆ। ਅੱਛਾ ਜੀ। ਅੱਛਾ, ਫਿਰ ਇਹਦੇ ਚ ਯੂਜ਼ ਕਾ ਤੇ ਪ੍ਰੈਜ਼ੈਂਟ ਟੈਂਸ ਕਰਦੇ ਆ, ਇੰਡੈਫੀਨਿਟ ਟੈਂਸ ਕਰਦੇ ਆ। ਇੰਡੈਫੀਨਿਟ ਟੈਂਸ ਕਿਉਂ ਵਰਤਦੇ ਆ ਫਿਰ? ਕਿਉਂਕਿ ਮੈਮ ਸੈਂਟੈਂਸ ਨਹੀਂ ਪੂਰੇ ਹੁੰਦੇ ਤਾਂ ਕਰਕੇ। ਚਲੋ ਕੋਈ ਗੱਲ ਨਹੀਂ, ਮੈਨੂੰ ਚੰਗੀ ਤਰ੍ਹਾਂ ਕੱਲ ਇਹਦਾ ਜਵਾਬ ਦਿਓ। ਕਰੀ ਜਾਓ ਜੋ ਕਰਨਾ, ਪਰ ਤੁਹਾਨੂੰ ਚੀਜ਼ਾਂ ਨੂੰ ਸਮਝਣ ਦੀ ਤੁਹਾਡੇ ਚ ਨਾ ਕੈਪੈਸਿਟੀ ਹੋਣੀ ਚਾਹੀਦੀ ਹੈ। ਇਹ ਤਾਂ ਤੁਸੀਂ ਓਕੇ ਇੱਕ ਮੈਮ। ਰੋਬੋਟ ਵਾਂਗ ਟੈਕਨੀਕ